ਗੁੱਡ ਮਾਰਨਿੰਗ ਸਟੂਡੈਂਟ। ਅੱਜ ਅਸੀਂ ਫੇਰ ਕਰਨ ਜਾ ਰਹੇ ਹਾਂ ਬਿਜ਼ਨਸ ਸਟੱਡੀ ਦਾ ਚੈਪਟਰ ਨੰਬਰ 3 ਜੋ ਕਿ ਸਾਡਾ ਹੈਗਾ ਪ੍ਰਿੰਸੀਪਲ ਆਫ ਮੈਨੇਜਮੈਂਟ। ਇਹਦੇ ਤੋਂ ਪਹਿਲਾਂ ਆਪਾਂ ਚੈਪਟਰ ਨੰਬਰ 1 ਤੇ ਚੈਪਟਰ ਨੰਬਰ 2 ਵੀ ਆਪਣੇ ਚੈਨਲ ਤੇ ਕਵਰ ਕੀਤਾ ਹੈ। ਜੇ ਕਿਸੇ ਬੱਚੇ ਨੇ ਨਹੀਂ ਵੀਡੀਓ ਵੇਖੀ ਤਾਂ ਪਲੀਜ਼ ਚੈੱਕ ਆਊਟ ਕਰ ਲਿਓ। ਮੈਂ ਪਲੇਲਿਸਟ ਪ੍ਰੋਪਰ ਪਲੇਲਿਸਟ ਬਣਾ ਲਈ ਹੈ। ਸਭ ਤੋਂ ਪਹਿਲਾਂ ਸਾਡਾ ਹੈਗਾ ਪ੍ਰਿੰਸੀਪਲ ਆਫ ਮੈਨੇਜਮੈਂਟ ਹੈ ਕੀ ਕਹਿੰਦੇ ਨੇ ਦ ਪ੍ਰਿੰਸੀਪਲ ਆਫ ਮੈਨੇਜਮੈਂਟ ਵਾਜ਼ ਕ੍ਰੀਏਟਿਡ ਔਰ ਗਿਵਨ ਬਾਈ ਹੈਨਰੀ ਫਿਓਲ ਐਂਡ ਹੀ ਇਜ਼ ਆਲਸੋ ਨੋਨ ਐਜ਼ ਫਾਦਰ ਆਫ ਮੈਨੇਜਮੈਂਟ। ਠੀਕ ਹੈ, ਜਿਹੜੇ ਪ੍ਰਿੰਸੀਪਲ ਆਫ ਮੈਨੇਜਮੈਂਟ ਹੀ ਉਹ ਕਿੰਨੇ ਬਣਾਏ ਹੀ ਹੈ, ਕਿੰਨੇ ਕ੍ਰੀਏਟ ਕੀਤੇ ਹੀ? ਹੈਨਰੀ ਫਿਓਲ ਨੇ। ਟੋਟਲ ਤੇ ਉਸ ਤਰ੍ਹਾਂ 14 ਪ੍ਰਿੰਸੀਪਲ ਹੈਗੇ ਨੇ, ਪਰ ਆਪਾਂ ਅੱਜ ਦੀ ਵੀਡੀਓ ਦੇ 7 ਪ੍ਰਿੰਸੀਪਲ ਕਰਾਂਗੇ ਅਤੇ ਅਗਲੀ ਨੈਕਸਟ ਵੀਡੀਓ ਦੇ ਵਿੱਚ ਆਪਾਂ 7 ਪ੍ਰਿੰਸੀਪਲ ਕਰਾਂਗੇ ਅਤੇ ਆਪਣਾ ਜਿਹੜਾ ਪ੍ਰਿੰਸੀਪਲ ਆਫ ਮੈਨੇਜਮੈਂਟ ਚੈਪਟਰ ਹੈਗਾ ਉਹ ਖਤਮ ਕਰ ਦਾਂਗੇ। ਸਭ ਤੋਂ ਪਹਿਲਾਂ ਸਾਡਾ ਜਿਹੜਾ ਹੈਗਾ ਫਸਟ ਸਾਡਾ ਪ੍ਰਿੰਸੀਪਲ ਆਉਂਦਾ ਪ੍ਰਿੰਸੀਪਲ ਆਫ ਡਿਵੀਜ਼ਨ ਆਫ ਵਰਕ। ਠੀਕ ਹੈ, ਕਹਿੰਦੇ ਅਕੋਰਡਿੰਗ ਟੂ ਦਿਸ ਪ੍ਰਿੰਸੀਪਲ ਆਫ ਡਿਵੀਜ਼ਨ ਆਫ ਵਰਕ the whole task is divided into small task or activity and every task and activity may be assigned to an able expert employee. This improves the efficiency and effectiveness of the organization। ਹੁਣ ਬੇਟਾ ਇਹਦੀ ਐਗਜ਼ਾਮਪਲ ਤੁਸੀਂ ਸਮਝੋ। ਫੋਰ ਐਗਜ਼ਾਮਪਲ ਕਿ ਇੱਕ ਕੰਪਨੀ ਦੇ ਵਿੱਚ ਹੈਗਾ ਮੈਨੇਜਰ। ਸਭ ਤੋਂ ਪਹਿਲੇ ਮੈਂ ਨਾ ਤੁਹਾਨੂੰ ਪੰਜਾਬੀ 'ਚ ਸਮਝਾ ਦਿੰਦਾ ਤੁਹਾਨੂੰ ਕਿਹਾ ਕੀ ਕਹਿੰਦੇ ਨੇ ਕਿ ਬਸ ਜਿਹੜਾ ਪ੍ਰਿੰਸੀਪਲ ਆਫ ਡਿਵੀਜ਼ਨ ਆਫ ਵਰਕ ਦਾ ਆਹੀ ਮਕਸਦ ਹੈਗਾ ਕਿ ਜਿਹੜਾ ਟੋਟਲ ਕੰਮ ਹੈ, ਜਿਹੜਾ ਕਿੰਨਾ ਸਾਰਾ ਟੋਟਲ ਕੰਮ ਹੈ ਜਿਹੜਾ ਇੱਕ ਪਰਸਨ ਨਹੀਂ ਕਰ ਸਕਦਾ, ਉਹਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਵੰਡਣਾ ਅਤੇ ਹਰ ਇੱਕ ਹਿੱਸੇ ਨੂੰ ਨਾ ਇੱਕ ਐਕਸਪਰਟ ਇੰਪਲੋਈ ਇੱਕ ਇੰਪਲੋਈ ਨੂੰ ਕੰਮ ਦੇ ਦੇਣਾ। ਠੀਕ ਹੈ, ਹੁਣ ਐਗਜ਼ਾਮਪਲ ਹੈਗੀ ਜਿਵੇਂ ਮੰਨ ਲਓ ਇੱਕ ਕੰਪਨੀ ਦੇ ਵਿੱਚ ਮੈਨੇਜਰ ਹੈਗਾ। ਠੀਕ ਹੈ, ਉਹਨੇ ਆਪਣੇ ਨਾ ਪਹਿਲੇ ਸਿੰਗਲ ਇੰਪਲੋਈ ਨੂੰ ਕੰਮ ਦੇ ਦਿੱਤਾ। ਮੰਨ ਲਓ ਸਿੰਗਲ ਇੰਪਲੋਈ ਨੂੰ ਕੰਮ ਦੇ ਦਿੱਤਾ ਕਿ ਤੂੰ ਆ 30 ਫਾਈਲਸ ਜਿਹੜੀ ਹੈਗੀ ਨਾ ਉਹ ਮਤਲਬ ਕਿ 30 ਫਾਈਲਸ ਜਿਹੜੀ ਹੈਗੀ ਨਾ 30 ਫਾਈਲਸ ਉਹਦੀ ਡਾਟਾ ਐਂਟਰੀ ਕਰਨੀ ਹੈ। ਠੀਕ ਹੈ, ਹੁਣ ਤੁਸੀਂ ਬੇਟਾ ਆਪ ਸੋਚੋ ਕਿ ਜਿਹੜੀ 30 ਫਾਈਲਾਂ ਦੇ ਵਿੱਚ ਡਾਟਾ ਐਂਟਰੀ ਥਾਊਜੈਂਡਸ ਵੀ ਹੋ ਸਕਦੀ, ਕਿੰਨੀ ਵੀ ਹੋ ਸਕਦੀ। ਇੱਕ ਫਾਈਲ ਦੇ ਵਿੱਚ ਮੈਂ ਕਹਿੰਦਾ ਪਿਆ 1000 ਐਂਟਰੀਜ਼ ਵੀ ਹੋ ਸਕਦੀ ਹੈ। ਅਤੇ ਉਹ ਸਿੰਗਲ ਪਰਸਨ ਜਿਹੜਾ ਹੈਗਾ ਨਾ ਉਹ ਸਿੰਗਲ ਪਰਸਨ ਉਹ ਕੰਮ ਨਹੀਂ ਕਰ ਸਕਦਾ ਹੈ ਨਾ। ਅਤੇ ਇਸ ਕਰਕੇ ਜਿਹੜਾ ਮੈਨੇਜਰ ਕੀ ਕਰਦਾ, ਮੈਨੇਜਰ ਇਸ ਤਰ੍ਹਾਂ ਕਰ ਸਕਦਾ ਕਿ ਜਿਹੜੀ ਮੈਨੇਜਰ ਕਰ ਸਕਦਾ ਜਿਹੜੀ 30 ਫਾਈਲਸ ਹੈ ਨਾ 30 ਫਾਈਲਸ ਉਹ ਕਿਹਦੇ ਨਾਲ ਡਿਵਾਈਡ ਕਰਦੇ 5 ਦੇ ਨਾਲ, ਮਤਲਬ 5 5 5 5 6 ਹਿੱਸੇ ਬਣ ਗਏ ਨਾ। ਅਤੇ ਆਹ 5 ਫਾਈਲ ਇੱਕ ਇੰਪਲੋਈ ਨੂੰ ਦੇ ਦੇ। ਠੀਕ ਹੈ, ਦੂਸਰੀ 5 ਫਾਈਲ ਦੂਸਰੇ ਇੰਪਲੋਈ ਨੂੰ ਦੇ ਦੇ ਸੈਕਿੰਡ ਇੰਪਲੋਈ। ਥਰਡ 5 ਜਿਹੜੀ ਫਾਈਲ ਹੈਗੀ ਆ ਉਹ ਦੇ ਦੇ ਥਰਡ ਇੰਪਲੋਈ ਨੂੰ, ਫੋਰਥ ਵਾਲੀ ਫੋਰਥ ਨੂੰ। ਠੀਕ ਹੈ, ਫਿਫਥ ਵਾਲੀ ਫਿਫਥ ਨੂੰ ਅਤੇ ਇੱਕ ਸਿਕਸਥ ਰਹਿ ਗਈ, ਸਿਕਸਥ ਵਾਲੀ ਵੀ ਸਿਕਸਥ ਨੂੰ। ਹੁਣ ਕੀ ਹੋਏਗਾ ਕਿ ਹਰ ਇੱਕ ਬੰਦਾ ਜਿਹੜਾ ਇੰਪਲੋਏ ਹੈਗਾ ਉਹ ਕੰਮ ਕਰ ਸਕਦਾ। ਇਹਦੇ 'ਚ ਕੀ ਹੀ ਆਹ ਵਾਲਾ ਕੇਸ, ਆਹ ਕੇਸ 1 ਲੈ ਲਓ। ਆਹ ਕੇਸ ਹੀ ਜਿਸ 'ਚ ਸਾਡਾ ਡਿਵੀਜ਼ਨ ਆਫ ਵਰਕ ਨਹੀਂ ਹੋਇਆ। ਇਹਦੇ ਵਿੱਚ ਕੀ 30 ਦੀ 30 ਫਾਈਲਾਂ ਇੱਕ ਸਿੰਗਲ ਇੰਪਲੋਏ ਨੂੰ ਕਰਨੀ ਪੈਂਦੀ ਜੋ ਕਿ ਇਨਪੋਸੀਬਲ ਹੈਗਾ ਕਿ ਉਹ ਕੱਲ੍ਹ ਜਮ੍ਹਾਂ ਕਰਾ ਪਾਏ ਜਾਂ ਕੱਲ੍ਹ ਜਾਂ 2 ਦਿਨ 'ਚ ਵੀ ਜਮ੍ਹਾਂ ਕਰਾ ਪਾਏ। ਠੀਕ ਆ, ਪਰ ਹੁਣ ਆਹ ਕੇਸ 2 ਜਿਹੜਾ ਹੈਗਾ ਇਹਦੇ 'ਚ ਹੈਗਾ ਡਿਵੀਜ਼ਨ ਆਫ ਵਰਕ। ਇਹਦੇ ਵਿੱਚ ਕੀ ਹੈਗਾ ਕਿ ਮੈਨੇਜਰ ਨੇ 30 ਜਿਹੜੀ ਫਾਈਲਾਂ ਸੀ ਉਹਨੂੰ 6 ਹਿੱਸਿਆਂ ਵਿੱਚ ਵੰਡਤਾ, 6 ਭਾਗਾਂ ਵਿੱਚ ਵੰਡਤਾ। ਕਿੰਨੇ ਕਿੰਨੇ ਕਰਦੇ 5 5 5 5 ਇੱਕ ਇੰਪਲੋਈ ਨੇ ਹੁਣ ਕਿੰਨੀ ਫਾਈਲਾਂ ਕਰਨੀ ਪਏਗੀ ਸਿਰਫ 5 ਉਸ ਤਰ੍ਹਾਂ ਪਹਿਲੇ ਕੇਸ ਵਿੱਚ ਇੱਕ ਇੰਪਲੋਈ ਨੂੰ 30 ਫਾਈਲ ਦਿੱਤੀ ਸੀ। ਠੀਕ ਹੈ, ਇਕੱਲਾ ਇੱਕ ਹੀ ਇੰਪਲੋਈ। ਹੁਣ ਕੰਮ ਛੇਤੀ ਵੀ ਹੋ ਸਕਦਾ ਅਤੇ ਇੰਪਲੋਈ 'ਤੇ ਇੰਨਾ ਬਰਡਨ ਵੀ ਨਹੀਂ ਪਏਗਾ। ਅਤੇ ਸਾਡਾ ਇਹਦੇ ਨਾਲ ਜਿਹੜਾ ਸਾਡਾ ਪਹਿਲਾ ਟੋਪਿਕ ਹੀ ਜਿਹੜਾ ਸਾਡਾ ਹੈਗਾ ਪਹਿਲਾ ਪ੍ਰਿੰਸੀਪਲ ਉਹ ਕਲੀਅਰ ਹੋ ਜਾਂਦਾ, ਜਿਹਦਾ ਹੁੰਦਾ ਪ੍ਰਿੰਸੀਪਲ ਆਫ ਡਿਵੀਜ਼ਨ ਆਫ ਵਰਕ। ਮਤਲਬ ਸਿਰਫ ਆਹੀ ਹੀ ਕਿ ਜਿਹੜਾ ਟੋਟਲ ਕੰਮ ਹੀ ਜਿਹਦਾ ਟੋਟਲ ਕੰਮ ਇਹਦੇ 'ਚ ਹੈਗਾ ਹੀ 30 ਫਾਈਲਸ ਉਹਨੂੰ ਛੋਟੇ ਛੋਟੇ ਹਿੱਸਿਆਂ 'ਚ ਵੰਡ ਦੇਣਾ। ਆਪਾਂ 2 ਦੇ ਵੀ ਕਰ ਸਕਦੇ ਹਾਂ। 2 ਕਰਦੇ ਤਾਂ ਕਾਫੀ ਜ਼ਿਆਦਾ ਹਿੱਸੇ ਹੋ ਜਾਣੇ ਸੀ। ਠੀਕ ਹੈ, ਪਰ ਆਪਾਂ ਜੇ 5 ਕਿੰਨਾ ਕੀਤਾ ਹੈ ਅਤੇ ਆਪਾਂ 6 ਹਿੱਸੇ 'ਚ ਵੰਡਤਾ ਅਤੇ ਹਰ ਇੱਕ ਹਿੱਸਾ ਇੱਕ ਇੰਪਲੋਈ ਨੂੰ ਦੇਤਾ। ਠੀਕ ਹੈ ਨਾ, ਅਤੇ ਇਹਦੇ ਨਾਲ ਸਾਡਾ ਜਿਹੜਾ ਹੈਗਾ ਫਸਟ ਪ੍ਰਿੰਸੀਪਲ ਜਿਹੜਾ ਹੈਗਾ ਉਹ ਕਲੀਅਰ ਹੋ ਗਿਆ ਜੀ। ਹੁਣ ਸਾਡਾ ਹੈਗਾ ਸੈਕਿੰਡ ਪ੍ਰਿੰਸੀਪਲ। ਸੈਕਿੰਡ ਪ੍ਰਿੰਸੀਪਲ ਹੈਗਾ ਸਾਡਾ ਪ੍ਰਿੰਸੀਪਲ ਆਫ ਬੈਲੈਂਸ ਆਫ ਅਥੋਰਿਟੀ ਐਂਡ ਰਿਸਪੋਂਸੀਬਿਲਿਟੀ। ਸਭ ਤੋਂ ਪਹਿਲਾਂ ਕਹਿੰਦੇ ਨੇ ਕਿ ਅਕੋਰਡਿੰਗ ਟੂ ਦਿਸ ਪ੍ਰਿੰਸੀਪਲ ਦੇਅਰ ਸ਼ੁੱਡ ਬੀ proper balance between the authority given to the manager and his responsibility. If the authority is given without the responsibility, the managerial behavior will become irresponsible and autocratic। ਹੁਣ ਇਹਦਾ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਵਾ। ਇਹ ਵੀ ਬਹੁਤ ਸਿੰਪਲ ਹੈਗਾ, ਮਤਲਬ ਇਹਦੀ ਪੰਜਾਬੀ ਬਹੁਤ ਸਿੰਪਲ ਹੈ ਕਿ ਜਿਹੜੀ ਪ੍ਰਿੰਸੀਪਲ ਆਫ ਸਾਡਾ ਹੈਗਾ ਹੀ ਬੈਲੈਂਸ ਬਿਟਵੀਨ ਅਥੋਰਿਟੀ ਐਂਡ ਰਿਸਪੋਂਸੀਬਿਲਿਟੀ ਕਿ ਜਿਹੜਾ ਅਕੋਰਡਿੰਗ ਟੂ ਦਿਸ ਪ੍ਰਿੰਸੀਪਲ ਕਿ ਇਹ ਪ੍ਰਿੰਸੀਪਲ ਵਿੱਚ ਹਮੇਸ਼ਾ ਬੈਲੈਂਸ ਹੋਣੀ ਚਾਹੀਦੀ ਅਥੋਰਿਟੀ ਅਤੇ ਰਿਸਪੋਂਸੀਬਿਲਿਟੀ ਨਾਲ। ਹੁਣ ਫੋਰ ਐਗਜ਼ਾਮਪਲ ਇੱਕ ਕੰਪਨੀ ਦੇ ਮੈਨੇਜਰ ਹੀ ਜਿਹੜਾ ਆਪਾਂ ਪਹਿਲੇ ਹੀ ਆਪਣਾ ਐਗਜ਼ਾਮਪਲ ਲਿੱਤੀ ਸੀ
है ना। इन्हें अपना अथॉरिटी यूज़ करके ना ਜਿਹੜਾ ਉਹਨੇ ਮੈਂ ਕਿਹਾ ਸੀ 30 ਫਾਈਲਸ ਇੰਪਲੋਏ ਨੂੰ ਕੰਮ ਦਿੱਤਾ, ਹੈ ਨਾ। ਸਿੰਗਲ ਇੰਪਲੋਏ ਨੂੰ ਕੰਮ ਦਿੱਤਾ, ਚਲੋ ਮੰਨ ਲਓ ਕਿ ਜਾਂ 5 ਇੰਪਲੋਇਜ਼ ਨੂੰ ਕੰਮ ਦਿੱਤਾ 6 ਹਿੱਸਿਆਂ ਦੇ ਵਿੱਚ ਵੰਡ ਕੇ, ਠੀਕ ਹੈ। ਅਤੇ ਹੁਣ ਇਹ ਹੈਗੀ ਉਹਦੀ ਅਥੋਰਿਟੀ, ਠੀਕ ਹੈ। ਹੁਣ ਇਹ ਇੰਪਲੋਏ ਦੀ ਰਿਸਪੋਂਸੀਬਿਲਿਟੀ ਬਣਦੀ ਹੈ ਨਾ ਕਿ ਉਹ ਜਿਹੜੇ ਆਪਣਾ ਜਿਹੜਾ ਮੈਨੇਜਰ ਨੇ ਕੰਮ ਦਿੱਤਾ, ਹੈ ਨਾ, ਜਿਹੜਾ ਮੈਨੇਜਰ ਨੇ ਕੰਮ ਦਿੱਤਾ ਅਤੇ ਉਹ ਉਹਨੂੰ ਕੰਪਲੀਟ ਕਰਨ, ਹੈ ਨਾ। ਫੋਰ ਐਗਜ਼ਾਮਪਲ ਜੇ ਤੁਹਾਨੂੰ ਨਹੀਂ ਸਮਝ ਲੱਗਾ ਤੇ ਤੁਹਾਨੂੰ ਕੋਈ ਆਪਣੇ ਟੀਚਰ ਕਹਿੰਦੇ ਨੇ ਕਿ ਹੋਮਵਰਕ ਕਰਕੇ ਆਓ, ਅਤੇ ਇਹ ਉਹਦੀ ਅਥੋਰਿਟੀ ਹੀ ਟੀਚਰ ਦੀ, ਅਤੇ ਹੁਣ ਇਹ ਸਟੂਡੈਂਟ ਦੀ ਰਿਸਪੋਂਸੀਬਿਲਿਟੀ ਬਣਦੀ ਹੈ ਨਾ ਕਿ ਉਹ ਹੋਮਵਰਕ ਕਰਕੇ ਆਏ, ਠੀਕ ਹੈ ਨਾ। ਇਹਦੇ ਨਾਲ ਸਾਨੂੰ ਜਿਹੜਾ ਸਾਡਾ ਸੈਕਿੰਡ ਪ੍ਰਿੰਸੀਪਲ ਹੈਗਾ, ਪ੍ਰਿੰਸੀਪਲ ਆਫ ਬੈਲੈਂਸ ਬਿਟਵੀਨ ਅਥੋਰਿਟੀ ਐਂਡ ਰਿਸਪੋਂਸੀਬਿਲਿਟੀ, ਉਹ ਕਲੀਅਰ ਹੋ ਜਾਂਦਾ। ਹੁਣ ਸਾਡਾ ਥਰਡ ਹੈਗਾ ਪ੍ਰਿੰਸੀਪਲ ਆਫ ਡਿਸਿਪਲਿਨ। ਡਿਸਿਪਲਿਨ ਵਿੱਚ ਮਤਲਬ ਸਿੰਪਲ ਜਿਹਾ ਹੈਗਾ ਪ੍ਰਿੰਸੀਪਲ, ਕਹਿੰਦੇ ਨੇ ਐਜ਼ ਪਰ ਸਾਡਾ ਹੈਗਾ ਐਜ਼ ਪਰ ਪ੍ਰਿੰਸੀਪਲ ਆਫ ਮੈਨੇਜਮੈਂਟ ਦਾ ਡਿਸਿਪਲਿਨ ਰੈਫਰ ਟੂ ਦਾ ਓਬੀਡੈਂਸ ਟੂ ਦਾ ਆਰਡਰ ਆਫ ਦਾ ਸੀਨੀਅਰ, ਰਿਸਪੈਕਟ ਟੂ ਦੇਅਰ ਅਥੋਰਿਟੀ ਐਂਡ ਦਾ ਓਬੀਡੈਂਸ ਟੂ ਦਾ ਰੂਲਸ ਐਂਡ ਰੈਗੂਲੇਸ਼ਨ ਆਫ ਦਾ ਮੈਨੇਜਮੈਂਟ। ਹੁਣ ਤੁਸੀਂ ਬੇਟਾ ਸਕੂਲ ਵੀ ਜਾਂਦੇ ਤਾਂ ਸਕੂਲ ਦੇ ਵੀ ਕੁਛ ਡਿਸਿਪਲਿਨ ਰੂਲਸ ਹੁੰਦੇ ਨੇ, ਜਿਵੇਂ ਇੱਕ ਬੋਇਜ਼ ਨੂੰ ਪੈਂਟ ਸ਼ਰਟ ਪਾਉਣੀ ਪੈਂਦੀ ਹੈ, ਜਿਹੜੀ ਸਕੂਲ ਯੂਨੀਫਾਰਮ ਹੁੰਦੀ ਉਹ ਪਾਉਣੀ ਪੈਂਦੀ ਹੈ, ਕੋਈ ਵੀ ਹਾਊਸ ਡਰੈਸ 'ਤੇ ਨਹੀਂ ਆ ਸਕਦਾ। ਉਸ ਤਰ੍ਹਾਂ ਹੀ ਨਾ ਕੰਪਨੀ ਦੇ ਵੀ ਜਦੋਂ ਤੁਸੀਂ ਵੱਡੇ ਹੋ ਗਏ, ਜਦੋਂ ਤੁਸੀਂ ਕਿਸੇ ਕੰਪਨੀ ਦੇ ਵਿੱਚ ਜੋਬ ਕਰੋਗੇ ਤਾਂ ਕੰਪਨੀ ਦੇ ਵੀ ਨਾ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ, ਠੀਕ ਹੈ। ਮੰਨ ਲਓ ਕੋਈ ਵੀ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ ਕਿ ਇੰਨੀ ਹੌਲੀਡੇਜ਼ ਦਿੱਤੀ ਜਾਏਗੀ ਜਾਂ ਇੰਨਾ ਵਰਕਿੰਗ ਆਵਰਸ ਹੁੰਦਾ, 9 to 5 ਵਰਕਿੰਗ ਆਵਰਸ ਹੁੰਦਾ, ਇਸ ਤਰ੍ਹਾਂ, ਠੀਕ ਹੈ। ਅਤੇ ਥੋੜ੍ਹੇ ਬਹੁਤੇ ਸਾਨੂੰ ਡਿਸਿਪਲਿਨ ਦੇ ਰੂਲਸ ਸਾਡੇ ਕਲਾਸ 'ਚ ਵੀ ਦੱਸੇ ਜਾਂਦੇ ਨੇ, ਜਿਸ ਤਰ੍ਹਾਂ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਆਪਣੇ ਵੱਡਿਆਂ ਦੀ, ਠੀਕ ਹੈ। ਅਤੇ ਉਹ ਕੀ ਕਰਨੇ ਚਾਹੀਦੇ ਅਤੇ ਉਹਨਾਂ ਨੂੰ ਰਿਸਪੈਕਟ ਕਰਨੀ ਚਾਹੀਦੀ, ਅਤੇ ਉਹਨਾਂ ਦਾ ਜਿਹੜਾ ਵੀ ਉਹਨਾਂ ਨੇ ਗੱਲ ਕਹੀ ਉਹਨੂੰ ਫੁਲਫਿਲ ਕਰਨਾ ਚਾਹੀਦਾ, ਮਤਲਬ ਉਹਨਾਂ ਦਾ ਕਹਿਣਾ ਮੰਨਣਾ ਚਾਹੀਦਾ। ਅਤੇ ਆਹ ਸਿੰਪਲ ਜਿਹੜਾ ਸਾਡਾ ਥਰਡ ਹੀ ਪ੍ਰਿੰਸੀਪਲ ਆਫ ਡਿਸਿਪਲਿਨ, ਇਹ ਸਿੰਪਲ ਜਿਹਾ ਹੀ ਪ੍ਰਿੰਸੀਪਲ ਹੀ, ਠੀਕ ਹੈ। ਅਤੇ ਬੇਟਾ ਹੁਣ ਸਾਡਾ ਨੈਕਸਟ ਪ੍ਰਿੰਸੀਪਲ ਆਉਂਦਾ ਜੇ, ਉਹ ਹੈਗਾ ਯੂਨਿਟੀ ਆਫ ਕਮਾਂਡ, ਠੀਕ ਹੈ। ਕਹਿੰਦੇ ਅਕੋਰਡਿੰਗ ਟੂ ਦਿਸ ਪ੍ਰਿੰਸੀਪਲ ਐਨ ਇੰਪਲੋਏ ਮਸਟ ਗੈਟ ਆਰਡਰ ਫਰੋਮ ਵਨ ਬੋਸ ਓਨਲੀ ਐਂਡ the employee must be accountable before that one boss only. It means that any employee must be directly subordinate to one senior only. ਇਹਦੇ ਵਿੱਚ ਇਹੀ ਹੈਗਾ ਮੇਨ ਦੱਸਿਆ ਕਿ ਜਿਹੜਾ ਯੂਨਿਟੀ ਆਫ ਕਮਾਂਡ ਦੇ ਵਿੱਚ ਜਿਹੜਾ ਪ੍ਰਿੰਸੀਪਲ ਹੈ ਨਾ, ਉਹ 'ਚ ਸਿਰਫ ਇਹੀ ਹੈ ਕਿ ਜਿਹੜਾ ਇੱਕ ਇੰਪਲੋਏ ਹੈਗਾ ਨਾ, ਉਹਦਾ ਸਿਰਫ ਇੱਕ ਹੀ ਬੋਸ ਹੋਣਾ ਚਾਹੀਦਾ, ਅਤੇ ਜਿਹੜਾ ਉਹ ਕੰਮ ਕਰੇਗਾ ਜਾਂ ਜਿਹੜਾ ਉਹਨੂੰ ਰਿਜ਼ਲਟ ਦੇਗਾ, ਜਿਵੇਂ 5 ਫਾਈਲਾਂ ਵਾਲਾ ਹੀ, ਅਤੇ ਉਹ ਸਿਰਫ ਇੱਕ ਹੀ ਬੋਸ ਨੂੰ ਨਾ ਆਨਸਰੇਬਲ ਹੋਣਾ ਚਾਹੀਦਾ ਜਾਂ ਅਕਾਊਂਟੇਬਲ ਹੋਣਾ ਚਾਹੀਦਾ। ਜਿਵੇਂ ਮੰਨ ਲਓ ਕੰਪਨੀ ਦੇ ਵਿੱਚ ਕਾਫੀ ਸਾਰੇ ਉਹ ਹੁੰਦੇ ਆ ਨਾ, ਕਾਫੀ ਸਾਰੇ ਮੈਨੇਜਰ ਹੁੰਦੇ ਆ, ਮੈਨੇਜਰ ਦੀ ਕੈਟੇਗਰੀ ਹੁੰਦੀ ਆ, ਹੈ ਨਾ। ਪਰ ਜਿਹੜਾ ਇੰਪਲੋਏ, ਜੇ ਮੰਨ ਲਓ ਕਿ ਇੱਕ ਜਨਰਲ ਮੈਨੇਜਰ ਹੁੰਦਾ ਜਾਂ ਕੋਈ ਦਿੱਤੀ ਬ੍ਰਾਂਚ ਵੇਖਦੇ ਹੋ, ਅਤੇ ਇੱਕ ਉਹਦੇ 'ਚ ਜਿਵੇਂ SBI ਦੀ ਕਿੰਨੀ ਸਾਰੀ ਬ੍ਰਾਂਚ ਹੈਗੀ ਬੈਂਕਾਂ ਦੀ, ਉਹਦੇ ਵਿੱਚ ਇੱਕ ਬ੍ਰਾਂਚ ਦੇ ਵਿੱਚ ਇੱਕ ਹੀ ਮੈਨੇਜਰ ਹੁੰਦਾ ਅਤੇ ਇੰਪਲੋਇਜ਼ ਹੁੰਦੇ ਨੇ। ਹੁਣ ਉਹ ਮੈਨੇਜਰ ਹੈਗਾ ਉਹ ਇੰਪਲੋਏ ਕੋਲ ਵਰਕ ਕਰਾਏਗਾ, ਹੈ ਨਾ। ਅਤੇ ਜਿਹੜੇ ਇੰਪਲੋਏ ਹੈਗੇ ਉਹ ਮੈਨੇਜਰ ਨੂੰ ਜਿਹੜਾ ਉਹਨਾਂ ਨੇ ਕੰਮ ਦਿੱਤਾ ਜਾਂ ਉਹਦਾ ਆਨਸਰ ਜਾਂ ਉਹਦਾ ਰਿਜ਼ਲਟ ਉਹੀ ਮੈਨੇਜਰ ਨੂੰ ਦੇਗਾ, ਕਿ ਉਹ ਹੋਰ ਮੈਨੇਜਰ ਨੂੰ ਨਹੀਂ ਦੇਗਾ, ਠੀਕ ਹੈ ਬੇਟਾ। ਇਹਦਾ ਆਹ ਮੀਨਿੰਗ ਹੈਗਾ ਹੀ ਪ੍ਰਿੰਸੀਪਲ ਯੂਨਿਟੀ ਆਫ ਕਮਾਂਡ ਦਾ, ਪ੍ਰਿੰਸੀਪਲ ਆਫ ਯੂਨਿਟੀ ਆਫ ਕਮਾਂਡ। ਅਤੇ ਸਾਡਾ ਨੈਕਸਟ ਹੈਗਾ ਯੂਨਿਟੀ ਆਫ ਡਾਇਰੈਕਸ਼ਨ, ਠੀਕ ਹੈ ਬੇਟਾ। ਹੁਣ ਨੈਕਸਟ ਕਰਨੀ ਕਹਿੰਦੇ ਅਕੋਰਡਿੰਗ ਟੂ ਦਿਸ ਪ੍ਰਿੰਸੀਪਲ ਵੇਰੀਅਸ ਡਿਪਾਰਟਮੈਂਟਸ ਐਂਡ the employee of the organization must work in the same direction and they should make an effort to achieve the organization goal on the basis of cooperation and coordination. ਸਿੰਪਲੀ ਆਹੀ ਗੱਲ ਹੈਗੀ ਹੈ, ਜਿਸ ਤਰ੍ਹਾਂ ਹੁਣ ਕੋਈ ਵੀ ਕੰਪਨੀ ਜਾਂ ਔਰਗਨਾਈਜੇਸ਼ਨ ਹੈ ਨਾ, ਹੁਣ ਉਹਦਾ ਗੋਲ ਹੈਗਾ, ਮੰਨ ਲਓ ਉਹਦਾ ਗੋਲ ਹੈਗਾ ਹੀ ਸੇਲਸ ਦਾ ਏਮ ਹੈਗਾ ਕਿ ਇਸ ਈਅਰ ਵਿੱਚ, ਹੈ ਨਾ, ਇਸ ਈਅਰ ਦੀ ਐਂਡ ਵਿੱਚ ਉਹਨਾਂ ਦੀ ਸੇਲ ਹੋਣੀ ਚਾਹੀਦੀ ਹੈ, ਮੰਨ ਲਓ 1 ਕਰੋੜ ਸੇਲ ਹੋਣੀ ਚਾਹੀਦੀ, ਹੈ ਨਾ। ਅਤੇ ਉਹਦੇ ਹਿਸਾਬ ਨਾਲ ਸਾਰੇ ਜਿਹੜੇ ਇੰਪਲੋਈਜ਼ ਹੈਗੇ ਆ, ਹੈ ਨਾ, ਇੰਪਲੋਏ ਨੂੰ ਆਹ ਗੋਲ ਦੇ ਹਿਸਾਬ ਨਾਲ ਕੰਮ ਕਰਨਾ ਪਏਗਾ, ਠੀਕ ਆ। ਇੱਕ ਡਾਇਰੈਕਸ਼ਨ ਹੁਣ ਔਰਗਨਾਈਜੇਸ਼ਨ ਨੇ ਦਿੱਤੀ ਕਿ ਆਪਾਂ ਆਹ ਡਾਇਰੈਕਸ਼ਨ 'ਤੇ ਜਾਣਾ, ਅਤੇ ਇੰਪਲੋਈਜ਼ ਨੂੰ ਵੀ ਉਹ ਡਾਇਰੈਕਸ਼ਨ 'ਤੇ ਜਾਣਾ ਪਏਗਾ, ਠੀਕ ਹੈ। ਸੇਲਸ ਦੇ ਥਰੂ ਆਪਣਾ ਮਤਲਬ ਉਹੀ ਗੋਲ ਨੂੰ ਅਚੀਵ ਕਰਨਾ ਪਏਗਾ। ਸਿੰਪਲੀ ਇਹਦਾ ਜਿਹੜਾ ਪ੍ਰਿੰਸੀਪਲ ਆਫ ਯੂਨਿਟੀ ਆਫ ਡਾਇਰੈਕਸ਼ਨ ਦਾ ਸਿੰਪਲੀ ਆਹੀ ਹੈਗਾ ਕਿ ਜਿਹੜਾ ਇੱਕ ਕੰਪਨੀ ਗੋਲ ਤੈਅ ਕਰਦੀ ਹੈ ਉਹਦੇ ਹਿਸਾਬ ਦੇ ਨਾਲ ਹੀ ਇੰਪਲੋਏ ਨੂੰ ਉਸੇ ਪਾਥ ਨੂੰ ਫੋਲੋ ਕਰਨਾ ਪਏਗਾ ਜਾਂ ਉਸੇ ਡਾਇਰੈਕਸ਼ਨ 'ਤੇ ਜਾਣਾ ਪਏਗਾ। ਹੁਣ ਸਾਡਾ ਫਿਫਥ ਜਿਹੜਾ ਹੈਗਾ ਨਾ, ਫਿਫਥ ਪ੍ਰਿੰਸੀਪਲ 'ਤੇ ਆ ਜਾਂਦੇ ਸਾਡਾ, ਸਿਕਸਥ ਪ੍ਰਿੰਸੀਪਲ ਹੈਗਾ ਸਾਡਾ ਪ੍ਰਿੰਸੀਪਲ ਆਫ ਸਬਆਰਡੀਨੇਟ
ऑफ द इंडिविजुअल इंटरस्ट टू द जर्नल इंटरस्ट। ठीक है, कहते हैं अकॉर्डिंग टू दिस प्रिंसिपल द इंटरस्ट ऑफ द ऑर्गेनाइजेशन आर मोर इंपॉर्टेंट दैन द इंटरस्ट ऑफ एन इंडिविजुअल एम्प्लॉय। ठीक है, और द इंटरस्ट ऑफ ग्रुप ऑफ एम्प्लॉयज़। ठीक है, according to the Henry Fayol, for the success of the organization there should be uniformity in the individual interest and the organization interest। ਇਹਦੇ ਵਿੱਚ ਬੇਟਾ ਸਿੰਪਲੀ ਆਹੀ ਦੱਸਿਆ ਕਿ ਜਿਹੜਾ ਹੁਣ ਮੰਨ ਲਓ ਇੰਪਲੋਏ ਦਾ ਵੀ ਕੋਈ ਇੰਟਰਸਟ ਹੁੰਦਾ, ਇੰਪਲੋਏ ਦਾ ਹਮੇਸ਼ਾ ਹੀ ਇੰਟਰਸਟ ਹੁੰਦਾ ਕਿ ਉਹਦੇ ਹਿਸਾਬ ਨਾਲ ਜੇ ਮੰਨ ਲਓ ਉਹ ਕਿਸੇ ਵੀ ਕੰਪਨੀ ਦੇ ਵਿੱਚ ਲੱਗੇ ਤਾਂ ਉਹਨੂੰ ਥੋੜ੍ਹੇ ਬਹੁਤੇ ਪੈਸੇ ਵਧੀਆ ਮਿਲਣੇ ਚਾਹੀਦੇ ਨੇ, ਫੇਅਰ ਰਿਕਰੂਟਮੈਂਟ ਹੋਣੀ ਚਾਹੀਦੀ, ਅਤੇ ਥੋੜ੍ਹੀ ਬਹੁਤੀ ਇੰਪਲੋਏ ਦੀ ਕੰਡੀਸ਼ਨ ਹੁੰਦੀ ਆ। ਹੁਣ ਇੰਪਲੋਏ ਦਾ ਕੋਈ ਇੰਟਰਸਟ ਇਸ ਤਰ੍ਹਾਂ ਆ ਸਕਦਾ, ਮੰਨ ਲਓ ਕਿ ਇੰਪਲੋਏ ਦਾ ਇੰਟਰਸਟ ਹੈਗਾ ਕਿ ਉਹਦਾ ਕੰਮ ਜਿਹੜਾ ਹੈਗਾ ਉਹ ਚਾਹੁੰਦਾ ਹੈ ਕਿ ਜਿਹੜੇ ਆਪਾਂ ਮੈਂ ਕੰਮ ਕਰਾਂ ਉਹ ਘੱਟ ਹੋਵੇ, ਵਰਕਲੋਡ ਜਿਹੜਾ ਹੈਗਾ ਵਰਕਲੋਡ ਲੈਸ ਹੋਵੇ। ਠੀਕ ਹੈ, ਅਤੇ ਜਨਰਲ ਇੰਟਰਸਟ ਵਿੱਚ ਆ ਸਕਦਾ ਮੰਨ ਲਓ ਹੁਣ ਜਿਹੜਾ ਔਰਗਨਾਈਜੇਸ਼ਨ ਹੈਗੀ ਆ ਹੈ ਨਾ, ਔਰਗਨਾਈਜੇਸ਼ਨ ਕੋਈ ਗੋਲ ਨੂੰ ਅਚੀਵ ਕਰਨ ਵਾਸਤੇ ਹੈ ਨਾ, ਟੂ ਅਚੀਵ ਗੋਲ ਨੂੰ ਕਰਨ ਵਾਸਤੇ ਨਾ ਜਿਹੜੇ ਇੰਪਲੋਏ ਨੂੰ ਹੈਗੇ ਆ, ਇੰਪਲੋਏ ਨੂੰ ਵਰਕਲੋਡ ਵੀ ਜ਼ਿਆਦਾ ਦੇ ਸਕਦੇ ਨੇ। ਠੀਕ ਹੈ, ਘੱਟ ਨਹੀਂ ਦੇ ਸਕਦੇ, ਵਰਕਲੋਡ ਹਮੇਸ਼ਾ ਜ਼ਿਆਦਾ ਦੇ ਸਕਦੇ ਨੇ ਉਹਦੇ ਇੰਪਲੋਏ ਨੂੰ। ਠੀਕ ਹੈ, ਹੁਣ ਇਹਦੇ ਵਿੱਚ ਜਿਹੜਾ ਹੈਨਰੀ ਫਿਓਲ ਨੇ ਆਹ ਦੱਸਿਆ ਕਿ ਜੇ ਮੰਨ ਲਓ ਕਿ ਜੇ ਸਕਸੈਸ ਬਣਾਉਣਾ ਚਾਹੁੰਦੇ ਆਪਣੀ ਔਰਗਨਾਈਜੇਸ਼ਨ ਨੂੰ ਜਾਂ ਕੰਪਨੀ ਨੂੰ, ਅਤੇ ਸਾਨੂੰ ਨਾ ਇਸ ਤਰ੍ਹਾਂ ਦੀ ਮੰਨ ਲਓ ਕਿ ਉਹ ਹੋਣਾ ਚਾਹੀਦਾ ਸਾਡਾ ਇੰਟਰਸਟ ਕਿ ਜਿਹੜਾ ਸਾਡੇ ਜਿਹੜੇ ਕੰਪਨੀ ਦਾ ਜਾਂ ਔਰਗਨਾਈਜੇਸ਼ਨ ਦਾ ਇੰਟਰਸਟ ਵੀ ਸਾਡੇ ਨਾਲ ਹੀ ਮਿਲ ਜੇ, ਅਤੇ ਨਾਲ ਜਿਹੜਾ ਇੰਡੀਵਿਜੂਅਲ ਦਾ ਇੰਟਰਸਟ ਆ ਉਹ ਵੀ ਮਿਲ ਜੇ। ਠੀਕ ਹੈ, ਸਿੰਪਲੀ ਇਹ ਪ੍ਰਿੰਸੀਪਲ ਵਿੱਚ ਕਾਫੀ ਜਾਣੇ ਕਨਫਿਊਜ਼ ਹੋ ਜਾਂਦੇ ਨੇ, ਅਤੇ ਬੇਟਾ ਧਿਆਨ ਨਾਲ ਫਿਰ ਦੁਬਾਰਾ ਸਮਝ ਲਓ ਕਿ ਬਸ ਇਹਦੇ ਵਿੱਚ ਆ ਹੈਗਾ ਕਿ ਜਿਹੜਾ ਸਾਡਾ ਔਰਗਨਾਈਜੇਸ਼ਨ ਦਾ ਇੰਟਰਸਟ ਹੈਗਾ ਨਾ ਉਹ ਇੰਪਲੋਏ ਤੋਂ ਜ਼ਿਆਦਾ ਹੋਣਾ ਚਾਹੀਦਾ, ਉਹ ਇੰਟਰਸਟ ਆਫ ਇੰਪਲੋਏ ਤੋਂ ਵੱਧ ਹੋਣਾ ਚਾਹੀਦਾ। ਠੀਕ ਹੈ, ਔਰਗਨਾਈਜੇਸ਼ਨ ਦਾ ਇੰਟਰਸਟ ਜਿਹੜਾ ਹੈਗਾ ਉਹ ਮੋਰ ਇੰਪੋਰਟੈਂਟ ਹੁੰਦਾ। ਠੀਕ ਹੈ, ਬਟ ਜਿਹੜਾ ਅਕੋਰਡਿੰਗ ਟੂ ਹੈਨਰੀ ਫਿਓਲ ਕੀ ਕਹਿੰਦੇ, ਹੈਨਰੀ ਫਿਓਲ ਆ ਕਹਿੰਦੇ ਨੇ ਕਿ ਜਿਹੜੀ ਯੂਨੀਫੋਰਮਿਟੀ ਮਤਲਬ ਬੈਲੈਂਸ ਹੋਣਾ ਚਾਹੀਦਾ, ਜਾਂ ਦੋਨਾਂ ਬੈਲੈਂਸ ਹੀ ਕਹਿ ਲਓ ਹੈ ਨਾ, ਯੂਨੀਫੋਰਮਿਟੀ ਮਤਲਬ ਬੈਲੈਂਸ ਹੋਣਾ ਚਾਹੀਦਾ ਇੰਡੀਵਿਜੂਅਲ ਇੰਟਰਸਟ ਦੇ ਵਿੱਚ ਅਤੇ ਜਰਨਲ ਇੰਟਰਸਟ ਦੇ ਵਿੱਚ। ਠੀਕ ਹੈ ਬੇਟਾ, ਅਤੇ ਲਾਸਟ ਜਿਹੜਾ ਸਾਡਾ ਲਾਸਟ ਐਂਡ ਜਿਹੜਾ ਫਾਈਨਲ ਸਾਡਾ ਇਸ ਵੀਡੀਓ ਦੇ ਵਿੱਚ ਹੈਗਾ ਲਾਸਟ ਪ੍ਰਿੰਸੀਪਲ, ਉਹ ਹੈਗਾ ਪ੍ਰਿੰਸੀਪਲ ਆਫ ਫੇਅਰ ਰਿਕਮੈਂਡੇਸ਼ਨ ਆਫ ਇੰਪਲੋਇਜ਼। ਠੀਕ ਹੈ, ਕਹਿੰਦੇ ਨੇ ਅਕੋਰਡਿੰਗ ਟੂ ਦਿਸ ਪ੍ਰਿੰਸੀਪਲ ਗਿਵਨ ਬਾਈ ਦਾ ਹੈਨਰੀ ਫਿਓਲ the employees must be given fair recruitment in the view of their service. This recommendation should be paid to the employee in accordance with his skills, and equal recruitment must be paid to the employee performing the same task। ਹੁਣ ਫੋਰ ਐਗਜ਼ਾਮਪਲ ਇਹਦੇ ਵਿੱਚ ਆਹੀ ਦੱਸਿਆ ਫੇਅਰ ਰਿਕਰੂਟਮੈਂਟ ਦੇ ਵਿੱਚ ਕਿ ਜਿਹੜੇ ਸਾਨੂੰ ਇੰਪਲੋਏ ਨੂੰ ਨਾ ਫੇਅਰ ਰਿਕਰੂਟਮੈਂਟ ਦੇਣੀ ਚਾਹੀਦੀ, ਆ ਨਹੀਂ ਭੇਦਭਾਵ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਸੈਲਰੀ 'ਤੇ। ਹੁਣ ਮੰਨ ਲਓ ਇੱਕ ਕੰਪਨੀ ਹੈ, ਮੈਂ ਐਗਜ਼ਾਮਪਲ ਦਿੰਦਾ, ਇੱਕ ਕੰਪਨੀ ਹੈ ਨਾ, ਕੰਪਨੀ ਦੇ ਵਿੱਚ ਜਿਹੜਾ ਮੈਨੇਜਰ ਹੈਗਾ, ਹੁਣ ਇੱਕ 2 ਪਰਸਨ ਹੈਗੇ ਆ। ਠੀਕ ਹੈ, ਪਰਸਨ ਏ ਅਤੇ ਪਰਸਨ ਬੀ, ਅਤੇ ਇਹ ਦੋਨੋਂ ਨਾ ਸੇਮ ਕਾਈਂਡ ਆਫ ਵਰਕ ਕਰਦੇ ਨੇ। ਠੀਕ ਹੈ, ਫੋਰ ਸੇਮ ਟਾਈਮ ਵਾਸਤੇ ਵੀ ਕੰਮ ਕਰਦੇ ਨੇ। ਠੀਕ ਹੈ, ਪਰ ਪਰਸਨ ਏ ਨੂੰ ਨਾ ਜਿਹੜਾ ਮੈਨੇਜਰ ਹੈਗਾ ਉਹ ਜ਼ਿਆਦਾ ਸੈਲਰੀ ਦਿੰਦਾ ਪਿਆ, ਅਤੇ ਪਰਸਨ ਬੀ ਨੂੰ ਲੈਸ ਸੈਲਰੀ ਮਿਲਦੀ ਵੀ ਹੈ। ਠੀਕ ਹੈ, ਅਤੇ ਪ੍ਰਿੰਸੀਪਲ ਆਫ ਸਾਡਾ ਫੇਅਰ ਰਿਕਮੈਂਡੇਸ਼ਨ ਆ ਕਹਿੰਦਾ ਸਾਨੂੰ ਕਿ ਜਿਹੜਾ ਜਿਹੜੇ ਦੋਨੋਂ ਪਰਸਨ ਸੇਮ ਕੰਮ ਕਰਦੇ ਪਏ ਅਤੇ ਉਹਨਾਂ ਦੀ ਸੈਲਰੀ ਵੀ ਇਕੁਅਲ ਹੋਣੀ ਚਾਹੀਦੀ ਹੈ, ਜਾਂ ਔਰ ਸੇਮ ਹੋਣੀ ਚਾਹੀਦੀ ਹੈ, ਡਿਫਰੈਂਟ ਨਹੀਂ ਹੋਣੀ ਚਾਹੀਦੀ। ਠੀਕ ਹੈ, ਨੋ ਡਿਫਰੈਂਟ ਨਹੀਂ ਹੋਣੀ ਚਾਹੀਦੀ। ਬਟ ਜੇ ਮੰਨ ਲਓ ਫੋਰ ਐਗਜ਼ਾਮਪਲ, ਠੀਕ ਹੈ, ਬਟ ਫੋਰ ਐਗਜ਼ਾਮਪਲ ਮੰਨ ਲਓ ਹੁਣ ਇੱਕ ਕੇਸ ਲੈ ਲੈਂਦੇ ਹਾਂ, ਪਰ ਆਹ ਸਾਡਾ ਹੈਗਾ ਹੀ ਕੇਸ 1 ਜਿਹਦੇ ਵਿੱਚ ਦੋਨੋਂ ਪਰਸਨ ਸੇਮ ਕਾਈਂਡ ਆਫ ਵਰਕ ਕਰਦੇ। ਹੁਣ ਆਪਾਂ ਕੇਸ 2 ਲੈ ਲੈਂਦੇ ਹਾਂ। ਕੇਸ 2 ਵਿੱਚ ਹੈਗਾ ਜਿਹੜਾ ਪਰਸਨ ਏ ਹੈਗਾ ਨਾ ਉਹ ਵਰਕ ਜ਼ਿਆਦਾ ਕਰਦਾ ਪਿਆ। ਠੀਕ ਹੈ, ਵਰਕ ਮੋਰ, ਜਿਹੜਾ ਪਰਸਨ ਬੀ ਹੈਗਾ ਨਾ ਹੈ ਨਾ ਉਹ ਵਰਕ ਲੈਸ ਕਰਦਾ ਪਿਆ। ਠੀਕ ਹੈ, ਹੁਣ ਇਹਨਾਂ ਦੀ ਜਿਹੜੀ ਸੈਲਰੀ ਹੈਗੀ, ਜਿਹੜਾ ਪਰਸਨ ਜ਼ਿਆਦਾ ਕੰਮ ਕਰੇਗਾ ਉਹਨੂੰ ਜ਼ਿਆਦਾ ਸੈਲਰੀ ਮਿਲੇਗੀ, ਪਰ ਜਿਹੜਾ ਪਰਸਨ ਘੱਟ ਕੰਮ ਕਰੇਗਾ ਉਹਨੂੰ ਘੱਟ ਸੈਲਰੀ ਮਿਲੇਗੀ। ਇਹ ਸਾਡਾ ਹੈਗਾ ਫੇਅਰ ਰਿਕਮੈਂਡੇਸ਼ਨ ਦਾ ਪ੍ਰਿੰਸੀਪਲ ਆਫ ਫੇਅਰ ਰਿਕਮੈਂਡੇਸ਼ਨ। ਠੀਕ ਹੈ, ਅਤੇ ਠੀਕ ਹੈ ਬੇਟਾ, ਇਹਦੇ ਨਾਲ ਹੀ ਮੈਂ ਹੋਪ ਕਰਦਾ ਕਿ ਤੁਹਾਨੂੰ ਪ੍ਰਿੰਸੀਪਲ ਆਫ ਜਿਹੜੇ ਆਪਾਂ 7 ਪ੍ਰਿੰਸੀਪਲ ਕੀਤੇ ਨੇ ਇਹ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਠੀਕ ਹੈ,
ਇੱਕ ਵਾਰੀ ਇੱਦਾਂ ਦਾ ਸਕਰੀਨਸ਼ਾਟ ਵੀ ਲੈ ਲਓ। ਮੈਂ ਜਿਹੜੀਆਂ ਲਾਈਨਾਂ ਹੈਗੀਆਂ ਇਰੇਜ਼ ਕਰ ਦਿੰਦਾ ਵਾ, ਅਤੇ ਤੁਸੀਂ ਚੰਗੀ ਤਰ੍ਹਾਂ ਸਕਰੀਨਸ਼ਾਟ ਲੈ ਲਓ। ਅਤੇ ਬੇਟਾ ਆਪਣੇ ਨਾਲ ਦੇ ਨਾਲ ਹੀ ਜਿਹੜੇ ਆਪਣੇ ਨੋਟਸ ਹੈਗੇ ਆ, ਠੀਕ ਹੈ, ਨੋਟਸ ਵੀ ਤੁਸੀਂ ਨਾ ਬਣਾ ਲਓ, ਕਿਉਂਕਿ ਹੁਣ ਆਪਾਂ ਅੱਗੇ ਜਿਹੜੇ ਚੈਪਟਰਸ ਹੈਗੇ ਬਿਲਕੁਲ ਜਲਦੀ ਨਾ ਕਰਾਂਗੇ, ਕਿਉਂਕਿ ਹੁਣ ਆਪਣੇ ਜਿਹੜੇ ਚੈਪਟਰਸ ਆ ਉਹ ਥੋੜ੍ਹੇ ਵੀ ਰਹਿ ਜਾਣੇ। ਮੇਰੇ ਖਿਆਲ ਨਾਲ ਟੋਟਲ ਹੀ ਹੈਗੇ 20 ਚੈਪਟਰ ਹੋਣੇ ਆ। ਅੱਜ ਆਪਾਂ ਅਪਲੋਡ ਕਰ ਦੇਣੀ ਆ, ਅਤੇ ਕੱਲ੍ਹ ਵੀ ਅਪਲੋਡ ਕਰਕੇ ਸਾਡਾ 3rd ਚੈਪਟਰ ਵੀ ਮੁੱਕ ਜਾਣਾ। ਫਿਰ ਆਪਾਂ ਕਰਾਂਗੇ ਪਰਸੋਂ ਤੋਂ ਪਲੈਨਿੰਗ ਚੈਪਟਰ, ਠੀਕ ਹੈ। ਸਕਰੀਨਸ਼ਾਟ ਲੈ ਲਓ, ਅਤੇ ਬੇਟਾ ਮਿਲਦੇ ਹੁਣ ਅਗਲੀ ਵੀਡੀਓ 'ਚ। ਟੇਕ ਕੇਅਰ।